ਤਕਰੀਬਨ ਮੈਨੂੰ ਤਿਆਰੀ ਕਰਦੇ ਨੂੰ 5 ਸਾਲ ਹੋ ਗਏ ਜੀ। ਸਾਰੇ ਹੀ ਸਾਡੀਆਂ ਲਾਇਬ੍ਰੇਰੀਆਂ ਭਰੀਆਂ ਪਈਆਂ, ਭਾਵੇਂ ਜਿਹੜੀ ਮਰਜ਼ੀ ਯੂਨੀਵਰਸਿਟੀ ਜਾ ਕੇ ਵੇਖ ਲਓ। ਸੋ ਜਵਾਨੀ ਦਾ ਆਪਦਾ ਇਹਨਾਂ ਪ੍ਰੀਸ਼ੀਅਸ ਟਾਈਮ ਇਨਵੈਸਟ ਕਰ ਰਹੇ ਆ, ਤੇ ਉਹ ਇਨਵੈਸਟਮੈਂਟ ਦਾ ਕੁਛ ਨਾ ਕੁਛ ਮੁੱਲ ਮੁੜਨਾ ਚਾਹੀਦਾ। ਇਹ ਨਹੀਂ ਵੀ ਉਹ ਵੇਸਟੇਜ ਨਾ ਹੋਵੇ ਜੀ। ਪੰਜਾਬ ਦੇ ਜਿਹੜੇ ਪੇਪਰ ਹੁੰਦੇ ਨੇ, ਆਖਿਰ ਕਮੀ ਕਿੱਥੇ ਰਹਿੰਦੀ ਹੈ? ਕਿਵੇਂ ਇਹ ਘਟਾਲੇ ਵੱਡੇ ਹੋ ਜਾਂਦੇ ਨੇ? ਕਿਵੇਂ ਟੈਸਟ ਕਿਵੇਂ ਹੋ ਰਹੇ ਨੇ? ਜਦੋਂ ਪੇਪਰ ਸੈਟਿੰਗ ਹੁੰਦੀ ਹੈ ਉਹਦੇ 'ਚ ਕਈ ਵਾਰੀ ਇਹ ਹੁੰਦਾ ਵੀ ਕੁਐਸਚਨਸ ਗਲਤ ਆ ਜਾਂਦੇ ਆ, ਜਾਂ ਕੁਐਸਚਨ ਨੈਟ ਦੇ ਉੱਤੇ ਜਿਹੜੇ ਪਏ ਹੁੰਦੇ ਆ ਉਹ ਉਵੇਂ ਕਾਪੀ ਪੇਸਟ ਕਰਕੇ ਪਾ ਦਿੱਤੇ ਜਾਂਦੇ ਆ। ਪੇਪਰ ਪ੍ਰਿੰਟ ਦੇ ਵਿੱਚ ਵੀ ਉਹ ਪੇਪਰ ਲੀਕੇਜ ਹੋਣ ਦਾ ਖਤਰਾ, ਪੇਪਰ ਦੇ ਵਿੱਚ ਬਾਇਓਮੈਟ੍ਰਿਕ ਪ੍ਰੋਪਰ ਹੋਣ, OMR ਸ਼ੀਟ ਆ ਜਿਹੜੀ ਉਹ ਟੈਂਪਰ ਨਾ ਹੋ ਸਕੇ। ਇੱਕ ਚੀਜ਼ ਦੇ ਵਿੱਚ ਤਾਂ ਆਪਾਂ ਨੂੰ ਮੰਨਣਾ ਪਊਗਾ, ਅਸੀਂ ਮਾਨ ਸਰਕਾਰ ਦਾ ਉਹ ਚੀਜ਼ ਦੇ ਲਈ ਧੰਨਵਾਦ ਵੀ ਕਰਦੇ ਹਾਂ ਵੀ ਰਿਕਰੂਟਮੈਂਟ ਪ੍ਰੋਸੈਸ ਰੁਕੀ ਨਹੀਂ। ਪਰ ਲੈਣ ਦੇ ਤਰੀਕੇ ਹੋਏ ਨੇ। ਅਕਸਰ ਹੀ ਇਹ ਆਪਣੀਆਂ ਰੈਲੀਆਂ 'ਚ ਗੱਲ ਕਰਦੇ ਹੁੰਦੇ ਸੀ ਵੀ ਜਿਹੜਾ ਇਹ ਬੇਰੁਜ਼ਗਾਰ ਯੂਥ ਆ ਜਿਹੜਾ ਰੈਲੀਆਂ ਤੇ ਝੰਡੇ ਚੱਕ ਕੇ ਤੁਰਿਆ ਫਿਰਦਾ ਹੁੰਦਾ, ਅਸੀਂ ਇਹਨਾਂ ਦੇ ਹੱਥਾਂ 'ਚ ਝੰਡੇ ਛੱਡ ਕੇ ਟਿਫਨ ਫੜਾਉਣੇ ਆ। ਸੋ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਉਹ ਟਿਫਨ ਤੁਸੀਂ ਤਾਂ ਆਪਦੇ ਵੱਲੋਂ ਫੜਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਰਾਹ 'ਚ ਚੋਰੀ ਹੋ ਗਿਆ ਕਿਤੇ। ਪਿਛਲੇ ਦਿਨੀ ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਵਿੱਚ ਵੱਡਾ ਘੁਟਾਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇੱਕ ਇਨਕੁਆਇਰੀ ਕੰਡਕਟ ਕੀਤੀ ਗਈ ਸੀਗੀ। ਇਸ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ। ਇਹ ਮਾਮਲਾ ਸਾਹਮਣੇ ਆਇਆ ਕਿ 22 ਲੱਖ ਰੁਪਇਆ ਲੈ ਕੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਕਰਵਾਉਣ ਦਾ ਜਿਹੜਾ ਸੀਗਾ ਉਹ ਇੱਕ ਘੁਟਾਲਾ ਜਿਹੜਾ ਸੀਗਾ ਉਹ ਬਾਹਰ ਨਿਕਲਿਆ। ਇਸ ਤਰੀਕੇ ਦੇ ਨਾਲ ਜਿਹੜੀਆਂ ਡੀਲਾਂ ਹੋਈਆਂ ਸੀਗੀਆਂ, ਉਸ ਤੋਂ ਬਾਅਦ ਲਗਾਤਾਰ ਇਸ ਦੀ ਇਨਕੁਆਇਰੀ ਚੱਲ ਰਹੀ ਹੈ, ਪਰ ਅਜੇ ਤੱਕ ਇਹ ਐਗਜ਼ਾਮ ਜਿਹੜਾ ਉਹ ਰੱਦ ਨਹੀਂ ਕੀਤਾ ਗਿਆ। ਇਸੇ ਕਾਰਨ ਕੈਂਡੀਡੇਟ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਤਾਂ ਇਹ ਐਗਜ਼ਾਮ ਰੱਦ ਕੀਤਾ ਜਾਵੇ, ਦੂਜੀ ਗੱਲ ਇਹ ਕਿ ਜਿਹੜਾ ਇਹ ਜਾਲ ਚੱਲਦਾ ਪਿਆ ਇਸ ਨੂੰ ਜੜੋਂ ਰੱਦ ਕੀਤਾ ਜਾਵੇ, ਤਾਂ ਕਿ ਜਿਹੜੇ ਆਉਣ ਵਾਲੇ ਐਗਜ਼ਾਮ ਹੈਗੇ ਨੇ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਘੁਟਾਲੇ ਨਾ ਹੋਣ। ਤਾਂ ਇਹ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਜਿਨ੍ਹਾਂ ਨਾਇਬ ਤਹਿਸੀਲਦਾਰਾਂ ਦਾ ਐਗਜ਼ਾਮ ਦਿੱਤਾ ਸੀਗਾ। ਤਾਂ ਬਈ ਇਹਦੇ ਵਿੱਚ ਇਨਕੁਆਇਰੀ ਜਿਹੜੀ ਹੈ ਹੁਣ ਸ਼ੁਰੂ ਹੋ ਗਈ ਹੈ, ਕੁਝ ਅਰੈਸਟ ਵੀ ਹੋ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹ ਫੇਰ ਇਨਕੁਆਇਰੀ ਹੋ ਰਹੀ ਹੈ? ਸਰ, ਇਨਕੁਆਇਰੀ ਤਾਂ ਵੀ ਫੇਅਰ ਹੀ ਕਰ ਰਹੀ ਹੈ ਪੁਲਿਸ, ਬਟ ਸਾਡੀ ਮੰਗ ਇਹ ਹੈ ਜੀ ਵੀ ਇਹਦੇ 'ਚ ਇੱਕ ਮੋਡਸ ਆਪਰੈਂਡੀ ਹੈ ਜਿਹੜਾ ਫੜਿਆ ਗਿਆ, ਵੀ ਮਤਲਬ ਬਲੂਟੁੱਥ ਦੇ ਜ਼ਰੀਏ ਉਹਨਾਂ ਨੇ ਨਕਲ ਕੀਤੀ ਹੈ। ਪਰ ਇਹਦੇ 'ਚ ਮੋਡਸ ਆਪਰੈਂਡੀ ਹੋਰ ਵੀ ਤਾਂ ਹੋ ਸਕਦਾ ਪੇਪਰ ਲੀਕ ਹੋਇਆ ਹੋਵੇ, ਠੀਕ ਹੈ ਜੀ, ਹੋ ਸਕਦਾ OMR ਟੈਂਪਰਿੰਗ ਹੋਈ ਹੋਵੇ। ਸੋ ਮੋਡਸ ਆਪਰੈਂਡੀ ਕਾਫੀ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਪੁਲਿਸ ਹਰੇਕ ਐਂਗਲ ਤੋਂ ਜਾਂਚ ਕਰੇ। ਤੇ ਦੂਜੀ ਗੱਲ ਵੀ ਇਹਦੇ 'ਚ ਜਿਹੜਾ ਬੰਦਾ ਰਿਸਪੌਂਸੀਬਲ ਆ, ਠੀਕ ਹੈ, ਉਹਦੀ ਅਕਾਊਂਟੇਬਿਲਿਟੀ ਤੈਅ ਕੀਤੀ ਜਾਵੇ। ਜੇ ਹੁਣ PPSC ਨੇ ਇਹ ਪੇਪਰ ਕੰਡਕਟ ਕਰਵਾਇਆ, ਇੰਨੀਆਂ ਫੀਸਾਂ ਜਵਾਕਾਂ ਤੋਂ ਲਈਆਂ, ਤੇ ਘੱਟੋ ਘੱਟ ਵੀ ਜਿਹੜੇ ਆਫੀਸਰਸ ਨੇ ਪੇਪਰ ਕੰਡਕਟ ਕਰਵਾਇਆ ਜਾਂ ਜਿਹੜਾ ਪੈਨਲ ਸੀਗਾ ਉਹਦੀ ਅਕਾਊਂਟੇਬਿਲਿਟੀ ਤਾਂ ਬਣਦੀ ਹੈ ਜੀ। ਤਾਂ ਜੋ ਅਸੀਂ ਇਹ ਗੱਲ ਕਾਹਤੋਂ ਕਹਿਣਾ ਚਾਹੁੰਦੇ ਹਾਂ, ਅਸੀਂ ਇਹ ਚਾਹੁੰਦੇ ਹਾਂ ਵੀ ਇਹ ਲਾਸਟ ਪੇਪਰ ਹੋਵੇ ਪੰਜਾਬ ਦੇ ਵਿੱਚ ਜਿਹੜਾ ਰੱਦ ਹੋਵੇ। ਇਸ ਤੋਂ ਬਾਅਦ ਜਵਾਕਾਂ ਦੀਆਂ ਕੀਤੀਆਂ ਮਿਹਨਤਾਂ ਦਾ ਮੁੱਲ ਮੁੜਨਾ ਚਾਹੀਦਾ। ਇਹ ਨਾ ਹੋਵੇ ਵੀ ਉਹਨਾਂ ਦਾ ਟਾਈਮ ਵੀ ਵੇਸਟ, ਕਿਉਂਕਿ ਜਵਾਨੀ ਦੇ 5-7 ਸਾਲ ਵੀ ਆ, ਹੁਣ ਤਕਰੀਬਨ ਮੈਨੂੰ ਤਿਆਰੀ ਕਰਦੇ ਨੂੰ 5 ਸਾਲ ਹੋ ਗਏ ਜੀ। ਸਾਰੇ ਹੀ ਸਾਡੀਆਂ ਲਾਇਬ੍ਰੇਰੀਆਂ ਭਰੀਆਂ ਪਈਆਂ, ਭਾਵੇਂ ਜਿਹੜੀ ਮਰਜ਼ੀ ਯੂਨੀਵਰਸਿਟੀ ਜਾ ਕੇ ਵੇਖ ਲਓ। ਸੋ ਜਵਾਨੀ ਦਾ ਆਪਦਾ ਇਹਨਾਂ ਪ੍ਰੀਸ਼ੀਅਸ ਟਾਈਮ ਇਨਵੈਸਟ ਕਰ ਰਹੇ ਆ, ਤੇ ਉਹ ਇਨਵੈਸਟਮੈਂਟ ਦਾ ਕੁਛ ਨਾ ਕੁਛ ਮੁੱਲ ਮੁੜਨਾ ਚਾਹੀਦਾ। ਇਹ ਨਹੀਂ ਵੀ ਉਹ ਵੇਸਟੇਜ ਨਾ ਹੋਵੇ ਜੀ ਉਹ ਚੀਜ਼। ਇਹੀ ਸਵਾਲ ਮੈਂ ਤੁਹਾਡੇ ਤੋਂ ਕਰਨਾ ਚਾਹੁੰਦਾ, ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ ਕਾਫੀ ਸਾਲ ਹੋ ਗਏ ਨੇ ਪੇਪਰਾਂ ਦੀ ਤਿਆਰੀ ਕਰ ਰਹੇ, ਤੁਸੀਂ ਹੋਰ ਵੀ ਬਹੁਤ ਸਾਰੇ ਪੇਪਰ ਦਿੱਤੇ ਹੋਣਗੇ। ਪੰਜਾਬ ਦੇ ਜਿਹੜੇ ਪੇਪਰ ਹੁੰਦੇ ਨੇ, ਆਖਿਰ ਕਮੀ ਕਿੱਥੇ ਰਹਿੰਦੀ ਹੈ? ਕਿਵੇਂ ਇਹ ਘਟਾਲੇ ਵੱਡੇ ਹੋ ਜਾਂਦੇ ਨੇ? ਕਿਵੇਂ ਟੈਸਟ ਕਿਵੇਂ ਹੋ ਰਹੇ ਨੇ? ਸਰ, ਜੇ ਤੁਸੀਂ ਥੋੜਾ ਜਿਹਾ ਮੈਨੂੰ ਟਾਈਮ ਦਿਓ, ਆਪਾਂ ਪੂਰਾ ਪ੍ਰੋਸੈਸ ਹੀ ਡਿਸਕਸ ਕਰ ਲੈਂਦੇ ਹਾਂ, ਹਨਾ। ਜਦੋਂ ਹੁਣ ਪੇਪਰ ਹੁੰਦਾ, ਸਾਰਿਆਂ ਤੋਂ ਪਹਿਲਾਂ ਪੇਪਰ ਸੈਟਿੰਗ ਹੋਣੀ ਹੈ, ਪੇਪਰ ਸੈੱਟ ਕੀਤਾ ਜਾਣਾ, ਹਨਾ। ਹੁਣ ਉਹ ਪੇਪਰ ਸੈੱਟ ਦੇ ਵਿੱਚ ਵੀ ਆਪਾਂ ਜੇ ਵੇਖਦੇ ਆ ਤਾਂ ਉਹਦੇ 'ਚ ਵੀ ਅਕਾਊਂਟੇਬਿਲਿਟੀ ਸਰਕਾਰ ਨੂੰ ਤੈਅ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਪੇਪਰ ਸੈਟਿੰਗ ਹੁੰਦੀ ਹੈ ਉਹਦੇ 'ਚ ਕਈ ਵਾਰੀ ਇਹ ਹੁੰਦਾ ਵੀ ਕੁਐਸਚਨਸ ਗਲਤ ਆ ਜਾਂਦੇ ਆ, ਠੀਕ ਹੈ, ਉਹ ਕੁਐਸਚਨ ਗਲਤ ਆ ਜਾਂਦੇ ਆ, ਜਾਂ ਕੁਐਸਚਨ ਨੈਟ ਦੇ ਉੱਤੇ ਜਿਹੜੇ ਪਏ ਹੁੰਦੇ ਆ ਉਹ ਉਵੇਂ ਕਾਪੀ ਪੇਸਟ ਕਰਕੇ ਪਾ ਦਿੱਤੇ ਜਾਂਦੇ ਆ। ਸੋ ਪੇਪਰ ਸੈਟਿੰਗ ਦੇ ਵਿੱਚ ਵੀ, ਉਸ ਤੋਂ ਬਾਅਦ ਜਦੋਂ ਹੁਣ ਪੇਪਰ ਪ੍ਰਿੰਟ ਹੋਣਾ, ਪੇਪਰ ਪ੍ਰਿੰਟ ਦੇ ਵਿੱਚ ਵੀ ਉਹ ਪੇਪਰ ਲੀਕੇਜ ਹੋਣ ਦਾ ਖਤਰਾ, ਉਹ ਚੀਜ਼ ਨੂੰ ਵੀ ਚੈੱਕ ਸਰਕਾਰ ਨੂੰ ਵੇਖਣਾ ਚਾਹੀਦਾ ਵੀ ਉਹ ਆਪਣੇ ਜਿਹੜੇ ਮੈਥਡ ਦਾ ਦਰੁਸਤ ਹੈ, ਅਪ ਟੂ ਦਾ ਡੇਟ ਹੈਗੇ ਆ ਕਿ ਨਹੀਂ ਹੈ। ਉਸ ਤੋਂ ਬਾਅਦ ਜਿੱਦਣ ਪੇਪਰ ਹੁੰਦਾ ਜੀ, ਪੇਪਰ ਦੇ ਵਿੱਚ ਬਾਇਓਮੈਟ੍ਰਿਕ ਪ੍ਰੋਪਰ ਹੋਣ, ਠੀਕ ਹੈ। ਦੂਜਾ OMR ਸ਼ੀਟ ਹੈ ਜਿਹੜੀ ਉਹ ਟੈਂਪਰ ਨਾ ਹੋ ਸਕੇ, ਉਹਦੇ ਵਾਸਤੇ ਸਾਨੂੰ ਮੇਜ਼ਰ ਲੈਣੇ ਚਾਹੀਦੇ, ਜਿਵੇਂ ਕਿ ਵੀਡੀਓਗ੍ਰਾਫੀ ਪ੍ਰੋਪਰ, ਜੇ ਐਂਡ ਤੇ ਹੋ ਸਕੇ ਤਾਂ ਜ਼ਿਆਦਾ ਵਧੀਆ। ਨਾਲ ਉਹਦੇ ਵੀ ਆਪਾਂ ਵੀਡੀਓਗ੍ਰਾਫੀ ਦੇ ਨਾਲ ਆਪਾਂ ਇਹ ਵੀ ਕਰ ਸਕਦੇ ਹਾਂ ਵੀ ਜਿਹੜੇ ਆਪਸ਼ਨ ਦਿੱਤੀ ਜਾਵੇ ਵੀ ਕੋਈ ਖਾਲੀ ਨਾ ਛੱਡ ਸਕੇ, ਉਹਦੇ 'ਚ ਇਹ ਲਿਖਿਆ ਜਾ ਸਕਦਾ ਵੀ ਇਹ ਬੱਚਾ ਕਿੰਨੇ ਕੁਐਸਚਨ ਅਟੈਂਪਟ ਕਰਕੇ ਗਿਆ, ਇਨਵੀਜੀਲੇਟਰ ਉੱਤੇ ਸਾਈਨ ਕਰ ਦੇ, ਠੀਕ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਰਿਜ਼ਲਟ ਦੀ। ਜਦੋਂ ਹੁਣ ਰਿਜ਼ਲਟ ਡਿਕਲੇਅਰ ਕਰਨਾ, ਸਾਰਿਆਂ ਤੋਂ ਪਹਿਲਾਂ ਜਿੰਨੇ ਬੱਚਿਆਂ ਨੇ ਪੇਪਰ ਦਿੱਤਾ, ਕਿਉਂਕਿ ਜਿਹੜੀ ਇਹ ਮੈਂ ਗੱਲ ਕਰ ਰਿਹਾ ਨਾ, ਇਹ SSB ਬੋਰਡਾਂ ਹੀ ਕਰਦਾ। ਜਿਹੜਾ C ਤੇ D ਗ੍ਰੇਡ ਪੋਸਟਾਂ ਦੇ ਪੇਪਰ ਲੈਂਦਾ ਉਹ ਏਜੰਸੀ ਇਦਾਂ ਕਰ ਰਹੀ ਹੈ, ਪਰ A ਤੇ B ਵਾਲੀ ਏਜੰਸੀ ਇਦਾਂ ਨਹੀਂ ਕਰ ਰਹੀ। C ਗਰੁੱਪ ਵਾਲੀ ਜਿਹੜੀ ਉਹ ਠੀਕ ਤਰੀਕੇ ਨਾਲ ਕਰ ਰਹੀ ਹੈ। ਹਾਂ, ਟਰਾਂਸਪੇਰੈਂਸੀ ਉਹਦੇ 'ਚ ਹੈਗੀ ਆ। ਰਿਜ਼ਲਟ ਡਿਕਲੇਅਰ ਕਰਨ ਵੇਲੇ ਦੀ ਗੱਲ ਕਰ ਰਿਹਾ ਮੈਂ। ਰਿਜ਼ਲਟ ਡਿਕਲੇਅਰ ਕਰਨ 'ਚ SSB ਬੋਰਡ ਦੀ ਟਰਾਂਸਪੇਰੈਂਸੀ ਹੈਗੀ ਆ, ਪਰ PPSC ਦੀ ਹੈ ਨਹੀਂ। ਕਿਉਂਕਿ ਉਹਨਾਂ ਨੇ ਸਿਰਫ ਰੋਲ ਨੰਬਰ ਪਹਿਲਾਂ ਪਾ ਦਿੰਦੇ ਆ, ਕੋਈ ਤੁਹਾਨੂੰ ਉੱਥੋਂ ਇਹ ਨਹੀਂ ਪਤਾ ਲੱਗਦਾ ਵੀ ਇਹ ਬੰਦੇ ਦੇ ਨੰਬਰ ਕਿੰਨੇ ਆ, ਇਹ ਬੰਦੇ ਦੀ ਕੈਟੇਗਰੀ ਕਿਹੜੀ ਆ, ਕਿਹੜੀ ਕੈਟੇਗਰੀ ਤੇ ਕਿੰਨੇ ਬੰਦੇ ਉਹਨਾਂ ਨੇ ਸ਼ਾਰਟਲਿਸਟ ਕਰ ਲਿਆ, ਕੁਝ ਨਹੀਂ ਪਤਾ ਲੱਗਦਾ। ਉਸ ਤੋਂ ਬਾਅਦ ਪਹਿਲਾਂ ਉਹਦੇ ਨੰਬਰ ਸਾਰੇ ਬੱਚਿਆਂ ਦੇ, ਜੇ ਹੁਣ 50,000 ਬੰਦੇ ਨੇ ਪੇਪਰ ਦਿੱਤਾ,
ਤੇ 50000 ਬੰਦੇ ਚੋਂ 50 ਬੰਦੇ ਤੁਸੀਂ ਸਿਲੈਕਟ ਕਰਨੇ ਆ ਤਾਂ 50000 ਦੇ 50000 ਦਾ ਪਹਿਲਾਂ ਸਾਰਿਆਂ ਦੇ ਨੰਬਰ ਉਹ ਮਾਰਕ ਲਿਸਟ ਡਿਸਕਲੋਜ਼ ਕਰ ਲਈ ਜਾਵੇ। ਉਸ ਤੋਂ ਬਾਅਦ ਜਿਹੜੇ ਟੌਪਰ ਬੱਚੇ ਆ ਵਿੱਚੋਂ 60 ਜਾਂ 70 ਬੰਦੇ ਤੁਸੀਂ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾ ਲਓ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਇਹ ਮੇਨ ਹੋ ਗਿਆ ਆਪਣਾ ਪੇਪਰ ਤੋਂ ਬਾਅਦ ਦਾ ਰਿਜ਼ਲਟ ਡਿਕਲੇਅਰ ਕਰਨ ਦਾ ਜੀ, ਇਹ ਮੇਨ। ਟ੍ਰਾਂਸਪੇਰੈਂਸੀ ਤਾਂ ਸਰਕਾਰ ਕਹਿੰਦੀ ਕਿ ਅਸੀਂ ਕਰ ਰਹੇ ਹਾਂ, ਤੁਸੀਂ ਪਿਛਲੀਆਂ ਸਰਕਾਰਾਂ ਵੇਲੇ ਵੀ ਪੇਪਰ ਦਿੱਤੇ ਹੋਣਗੇ, ਇਹ ਸਰਕਾਰਾਂ ਦੇ ਵਿੱਚ ਵੀ ਪੇਪਰ ਦਿੱਤੇ ਹੋਣਗੇ। ਸਰਕਾਰ ਨਿਤ ਦਿਨ ਦਾਅਵਾ ਕਰਦੀ ਹੈ ਅਸੀਂ ਜੈਮਰ ਲਾਤੇ, ਅਸੀਂ ਬਾਇਓਮੈਟ੍ਰਿਕ ਵੀ ਕਰਾ ਰਹੇ ਹਾਂ, ਆਈ ਸਕੈਨਰ ਵੀ ਕਰਵਾ ਰਹੇ ਹਾਂ, ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਹੁਣ ਤੇ ਪਹਿਲਾਂ ਦੇ ਪੇਪਰਾਂ ਦੇ ਵਿੱਚ ਕੋਈ ਫਰਕ ਜਾਂ ਸੁਧਾਰ ਆਇਆ ਨਜ਼ਰ ਆਉਂਦਾ ਤੁਹਾਨੂੰ? ਨਹੀਂ ਸਰ, ਵੇਖੋ ਇੱਕ ਚੀਜ਼ ਦੇ ਵਿੱਚ ਤਾਂ ਆਪਾਂ ਨੂੰ ਮੰਨਣਾ ਪਊਗਾ, ਅਸੀਂ ਮਾਨ ਸਰਕਾਰ ਦਾ ਉਹ ਚੀਜ਼ ਦੇ ਲਈ ਧੰਨਵਾਦ ਵੀ ਕਰਦੇ ਹਾਂ ਵੀ ਰਿਕਰੂਟਮੈਂਟ ਪ੍ਰੋਸੈਸ ਰੁਕੀ ਨਹੀਂ, ਪੇਪਰ ਲਗਾਤਾਰ ਹੋ ਰਹੇ ਆ। ਵੀ ਜੇ ਆਪਾਂ ਵੇਖੀਏ ਵੀ ਪਹਿਲਾ ਸਾਲ ਸਰਕਾਰ ਦਾ ਚੱਲ ਰਿਹਾ ਤਾਂ ਉਹ ਪੇਪਰ ਲੈ ਰਹੇ ਆ, ਉਹ ਚੀਜ਼ ਲਈ ਅਸੀਂ ਮਾਨ ਸਰਕਾਰ ਦੇ ਧੰਨਵਾਦ। ਪੇਪਰ ਲੈਣ ਦੇ ਤਰੀਕੇ ਉਵੇਂ ਨੇ। ਬਿਲਕੁਲ। ਅਸੀਂ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਮਾਨ ਸਾਹਿਬ ਅਕਸਰ ਹੀ ਇਹ ਆਪਣੀਆਂ ਰੈਲੀਆਂ 'ਚ ਗੱਲ ਕਰਦੇ ਹੁੰਦੇ ਸੀ ਵੀ ਜਿਹੜਾ ਇਹ ਬੇਰੁਜ਼ਗਾਰ ਯੂਥ ਆ ਜਿਹੜਾ ਰੈਲੀਆਂ ਤੇ ਝੰਡੇ ਚੱਕ ਕੇ ਤੁਰਿਆ ਫਿਰਦਾ ਹੁੰਦਾ, ਅਸੀਂ ਇਹਨਾਂ ਦੇ ਹੱਥਾਂ 'ਚ ਝੰਡੇ ਛੱਡ ਕੇ ਟਿਫਨ ਫੜਾਉਣੇ ਆ। ਸੋ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਉਹ ਟਿਫਨ ਤੁਸੀਂ ਤਾਂ ਆਪਦੇ ਵੱਲੋਂ ਫੜਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਰਾਹ 'ਚ ਚੋਰੀ ਹੋ ਗਿਆ ਕਿਤੇ, ਸੋ ਉਹਨਾਂ ਨੂੰ ਉਹ ਚੋਰੀ ਤੋਂ ਬਚਾਉਣ ਦਾ ਵੀ ਬੰਦੋਬਸਤ ਕੀਤਾ ਜਾਵੇ ਜੀ। ਵੀ ਟ੍ਰਾਂਸਪੇਰੈਂਸੀ ਦੀ ਮੈਂ ਗੱਲ ਕਰਦਾ, ਜਿਵੇਂ ਤੁਸੀਂ ਦੱਸਿਆ ਕਿ ਪੇਪਰ ਤੁਸੀਂ ਦੇ ਵੀ ਦਿੰਦੇ ਹੋ, ਉਸ ਤੋਂ ਬਾਅਦ ਆਨਸਰ ਕੀ ਵੀ ਆ ਜਾਂਦੀ ਹੋਏਗੀ, ਉਹਦੇ ਵਿੱਚ ਤੁਸੀਂ ਦੇਖ ਵੀ ਲੈਂਦੇ ਹੋਵੋਗੇ ਕਿ ਤੁਹਾਡੇ ਕਿੰਨੇ ਨੰਬਰ ਆਏ ਨੇ। ਜਦੋਂ ਫਾਈਨਲ ਰਿਜ਼ਲਟ ਆਉਂਦਾ ਉਹਦੇ ਵਿੱਚ ਨੰਬਰ ਨਹੀਂ ਸ਼ੋ ਕੀਤੇ ਜਾਂਦੇ? ਨਹੀਂ, ਐਕਚੁਅਲੀ ਮੈਂ ਉਹੀ ਗੱਲ ਦੱਸ ਰਿਹਾ ਨਾ ਵੀ ਜਦੋਂ ਪੇਪਰ ਆਪਣਾ ਹੋ ਗਿਆ, ਸਾਰਿਆਂ ਤੋਂ ਪਹਿਲੀ ਪ੍ਰੋਵੀਜ਼ਨਲ ਆਨਸਰ ਕੀ ਆਉਂਦੀ ਹੈ, ਠੀਕ ਹੈ। ਉਹਦੇ 'ਚ ਆਪਣੇ ਤੋਂ ਆਬਜੈਕਸ਼ਨਾਂ ਮੰਗੀਆਂ ਜਾਂਦੀਆਂ ਵੀ ਹਾਂ ਬਈ ਤੁਸੀਂ ਆਬਜੈਕਸ਼ਨਸ ਰੇਜ਼ ਕਰੋ ਵੀ ਜੇ ਤੁਹਾਨੂੰ ਕੋਈ ਗਲਤ ਲੱਗਦਾ ਤਾਂ। ਜਦੋਂ ਆਪਾਂ ਆਬਜੈਕਸ਼ਨਸ ਰੇਜ਼ ਕਰ ਦਿੰਦੇ ਆ, ਕੋਈ 5-10 ਦਿਨ ਬਾਅਦ 15 ਦਿਨਾਂ ਬਾਅਦ ਜਿਹੜੀ ਫਾਈਨਲ ਆਨਸਰ ਕੀ ਆਉਂਦੀ ਹੈ, ਜਦੋਂ ਫਾਈਨਲ ਆਨਸਰ ਕੀ ਆ ਗਈ ਉਸ ਤੋਂ ਬਾਅਦ ਉਹ ਜਿੱਥੇ ਸਾਰੇ ਕੈਂਡੀਡੇਟਸ ਦੇ ਮਾਰਕਸ ਦੀ ਲਿਸਟ ਅਪਲੋਡ ਕਰਨੀ ਸੀ ਉਹ ਨਹੀਂ ਕਰਦੇ, ਸਿਰਫ ਸ਼ਾਰਟ ਲਿਸਟਡ ਕੈਂਡੀਡੇਟ ਦੇ ਰੋਲ ਨੰਬਰ ਪਾ ਦਿੰਦੇ ਆ ਵੀ ਆਹ ਬੰਦੇ ਅਸੀਂ ਸਿਲੈਕਟ ਕਰ ਲਿਆ। ਤੁਹਾਨੂੰ ਪਤਾ ਇੱਕ ਦੂਜੇ ਬੰਦੇ ਦੇ ਨੰਬਰ ਨਹੀਂ ਪਤਾ ਕਿ ਕਿੰਨੇ ਨੇ? ਹਾਂਜੀ, ਬਿਲਕੁਲ ਨਹੀਂ ਪਤਾਗਾ। ਤੁਹਾਨੂੰ ਆਪਦੇ ਨੰਬਰ ਪਤਾ ਲੱਗ ਗਏ ਪਰ ਦੂਜੇ ਦੇ ਜਿਹੜੇ ਆਪੋਨੈਂਟਸ ਆ ਤੁਹਾਡੇ ਉਹਨਾਂ ਦੇ ਨੰਬਰਾਂ ਦਾ ਤੁਹਾਨੂੰ ਨਹੀਂ ਪਤਾ ਲੱਗਦਾ। ਕੁਝ ਐਗਜ਼ਾਮ ਹੈਗੇ ਨੇ ਜਾਂ ਸੈਂਟਰ ਦੇ ਜਾਂ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਨਾਲ ਲਾਸਟ ਤੱਕ ਟ੍ਰਾਂਸਪੇਰੈਂਸੀ ਹੁੰਦੀ ਹੋਵੇ? ਬਿਲਕੁਲ ਸਰ, ਐਸਐਸਬੀ ਬੋਰਡ ਦੇ ਮੈਂ ਤੁਹਾਨੂੰ ਦੱਸਿਆ ਨਾ ਪੇਪਰ ਕੰਡਕਟ ਕਰਨ ਤੋਂ ਪਹਿਲਾਂ ਵਾਲੇ ਸਿਸਟਮ ਦੇ ਵਿੱਚ ਹੋ ਸਕਦਾ ਕਿਤੇ ਉਹਦੇ 'ਚ ਵੀ ਲੂਪ ਹੋਲ ਹੋਵੇ, ਪਰ ਪੇਪਰ ਕੰਡਕਟ ਕਰਨ ਤੋਂ ਬਾਅਦ ਜਦੋਂ ਰਿਜ਼ਲਟ ਡਿਕਲੇਅਰ ਕਰਨਾ ਪੀਪੀਐਸਸੀ ਦੇ PSSB ਬੋਰਡ ਦੇ ਪੇਪਰ ਜਿਹੜੇ ਆ ਉਹ ਲਗਭਗ ਫੇਅਰ ਆ। ਅਸੀਂ ਉਹਨਾਂ ਨਾਲ ਸਹਿਮਤ ਹਾਂ ਵੀ ਕਿਉਂਕਿ ਉਹ ਪਹਿਲਾਂ ਸਾਰੇ ਵਿਦਿਆਰਥੀਆਂ ਦੇ ਮਾਰਕਸ ਦੱਸਦੇ ਆ, ਉਸ ਤੋਂ ਬਾਅਦ ਜਿਹੜੀ ਮੈਰਿਟ ਲਿਸਟ ਬਣਾਈ ਜਾਂਦੀ ਹੈ। ਹਾਂਜੀ, ਲੱਗਦਾ ਕਿ ਇਹ ਤਾਂ ਸਗੋਂ B ਗ੍ਰੇਡ ਦੀਆਂ ਪੋਸਟਾਂ ਹੁੰਦੀਆਂ ਨੇ ਤਾਂ ਪੀਪੀਐਸਸੀ ਇੰਨੀ ਟ੍ਰਾਂਸਪੇਰੈਂਸੀ ਕਿਉਂ ਨਹੀਂ ਕਰ ਰਹੀ ਜੇ C ਤੇ D ਦੇ ਵਿੱਚ ਇੰਨੀ ਹੋ ਰਹੀ ਹੈ? ਇਹੀ ਤਾਂ ਸਾਡਾ ਸਵਾਲ ਆ ਸਰ, ਬਈ ਜਿੱਥੇ ਜਿਹੜੀ ਟੌਪ ਮੋਸਟ ਰਿਕਰੂਟਮੈਂਟ ਏਜੰਸੀ, ਕਨਸਟੀਟਿਊਸ਼ਨਲ ਏਜੰਸੀ ਜਿਹਨੂੰ ਇੱਕ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਸੀ ਦੂਜੀਆਂ ਏਜੰਸੀਜ਼ ਦੇ ਵਾਸਤੇ, ਉਹ ਖੁਦ ਸਵਾਲਾਂ ਦੇ ਘੇਰੇ 'ਚ ਆ। ਕਿਉਂਕਿ ਇਸ ਤੋਂ ਸਿੱਖਣਾ ਸੀ ਦੂਜੀਆਂ ਏਜੰਸੀਜ਼ ਨੇ ਵੀ ਇਹ ਇੱਕ ਐਗਜ਼ਾਮਪਲ ਬਣਨੀ ਚਾਹੀਦੀ ਸੀ, ਪਰ ਉਹ ਵੀ ਇਹ ਦੁੱਖ ਨਾਲ ਕਹਿਣਾ ਪੈਂਦਾ ਵੀ ਇਹਦੇ ਵਿੱਚ ਸਾਨੂੰ ਸਾਰਿਆਂ ਤੋਂ ਜ਼ਿਆਦਾ ਸੰਘਰਸ਼ ਹੁਣ ਮੇਨਲੀ ਸਾਨੂੰ ਪੀਪੀਐਸ ਦੀ ਰਿਫਾਰਮਸ ਨੂੰ ਲੈ ਕੇ ਹੀ ਕਰਨਾ ਪੈ ਰਿਹਾ ਜੀ। ਯਾਨੀ ਕਿਸੇ ਦੇ ਤੌਰ ਤੇ ਰਿਜ਼ਲਟ ਨਹੀਂ ਪਤਾ ਲੱਗਦੇ ਕਿਹਦੇ ਕਿੰਨੇ ਨੰਬਰ ਨੇ ਤਾਂ ਉਹਦੇ ਵਿੱਚ ਜਿਹੜੇ ਨੇ ਦੂਜੇ ਕੈਂਡੀਡੇਟ ਵਾੜ ਦਿੱਤੇ ਜਾਂਦੇ ਆ ਜੀ। ਹਾਂਜੀ, ਵੀ ਮੇਨ ਗੱਲ ਇਹ ਆ ਵੀ ਜਿੱਥੇ ਤਾਂ ਸਰ 2 ਟੀਅਰ ਐਗਜ਼ਾਮ ਆ, ਮੰਨ ਕੇ ਚਲੋ ਜਿੱਥੇ ਬਾਅਦ ਵਿੱਚ ਇੰਟਰਵਿਊ ਹੋਣੀ ਆ ਉੱਥੇ ਨੰਬਰ ਪਹਿਲਾਂ ਨਾ ਡਿਸਕਲੋਜ਼ ਕੀਤੇ ਜਾਣ, ਉਹਦਾ ਤਾਂ ਕਾਰਨ ਹੁੰਦਾ ਨਾ ਬਈ ਆਪਾਂ ਇੰਟਰਵਿਊ ਦੇ ਵਿੱਚ ਉਹ ਚੀਜ਼ ਦਾ ਇਫੈਕਟ ਪੈ ਸਕਦਾ ਹੁੰਦਾ, ਉਹ ਚੀਜ਼ ਆਪਾਂ ਮੰਨਦੇ ਆ। ਪਰ ਜਿੱਥੇ ਇੱਕੋ ਹੀ ਪੇਪਰ ਆ, ਸਿੰਗਲ ਟੀਅਰ ਐਗਜ਼ਾਮ ਆ, ਉੱਥੇ ਪੇਪਰ ਦੇ ਨੰਬਰ ਦੱਸਣ ਦਾ ਨਾ ਦੱਸਣ ਦਾ ਕੀ ਕਾਰਨ ਆ ਸਰ? ਇਹ ਸਾਰੇ ਪੀਪੀਐਸਸੀ ਦੇ ਐਵੇਂ ਹੀ ਹੁੰਦੇ ਨੇ ਕਿ ਜਾਂ ਨਾਇਬ ਤਹਿਸੀਲਦਾਰ ਦਾ ਹੀ ਕੀਤਾ ਸੀਗਾ? ਪੀਪੀਐਸਸੀ ਜਿੰਨੇ ਵੀ ਪੇਪਰ ਲੈ ਰਹੀ ਹੈ ਪੀਪੀਐਸਸੀ ਦੇ ਐਗਜ਼ਾਮ ਐਂ ਹੀ ਹੋ ਰਹੇ ਆ, ਐਸਐਸਬੀ ਬੋਰਡ ਨੰਬਰ ਦੱਸ ਰਿਹਾ ਜੀ। ਇਹ ਤੁਹਾਡੀ ਮੁਲਾਕਾਤ ਵੀ ਹੋਈ ਹੋਏਗੀ ਸਰਕਾਰ ਦੇ ਨੁਮਾਇੰਦਿਆਂ ਨਾਲ, ਕਹਿੰਦੇ ਨੇ ਕਿ ਇਹ ਪ੍ਰੋਸੈਸ ਕੋਈ ਚੇਂਜ ਕੀਤਾ ਜਾਏਗਾ ਹੁਣ? ਵੇਖੋ ਸਰ, ਸਾਡੇ ਦੂਜੇ ਮਿੱਤਰ ਜਿਹੜੇ ਆ ਉਹ ਮਿਲ ਕੇ ਆਏ ਆ, ਸਰਕਾਰ ਨੇ ਭਰੋਸਾ ਤਾਂ ਦਿਵਾਇਆ। ਅਸੀਂ ਫਿਰ ਅੱਜ ਵਾਲੀ ਤੁਹਾਡੇ ਮੀਡੀਆ ਦੇ ਜ਼ਰੀਏ ਫਿਰ ਸਰਕਾਰ ਅੱਗੇ ਰਿਕੁਐਸਟ ਹੀ ਕਰਦੇ ਹਾਂ, ਬਿਕੋਜ਼ ਵੀ ਅਸੀਂ ਮੰਨ ਰਹੇ ਹਾਂ ਵੀ ਸਰਕਾਰ ਬੜੀਆਂ ਚੀਜ਼ਾਂ ਤੇ ਸਹੀ ਤਰੀਕੇ ਨਾਲ ਕੰਮ ਕਰਦੀ ਪਈ ਹੈ, ਪਰ ਜਿਹੜੇ ਹੁਣ ਆਫੀਸਰਸ ਜਾਂ ਵੀ ਕੁਝ ਵੀ ਬੰਦੇ ਗਲਤ ਆ ਉਹ ਹੁਣ ਬਚਣੇ ਨਹੀਂ ਚਾਹੀਦੇ। ਅਸਲ 'ਚ ਹੁਣ ਜਿਵੇਂ ਇਹ ਪੇਪਰ ਇਹਦੇ 'ਚ ਤਾਂ ਘਟਾਲਾ ਸਾਹਮਣੇ ਆ ਗਿਆ, ਜੇ ਹੁਣ ਘਟਾਲਾ ਸਾਹਮਣੇ ਆਇਆ ਤਾਂ ਜਿਹੜੇ ਵੀ ਕੋਈ ਇੱਕ ਅੱਧਾ ਬੰਦਾ ਵੀ ਇਹ ਜਿਹਾ ਜੇ ਬਚ ਗਿਆ ਨਾ ਸਰ, ਤੇ ਉਹ ਬੰਦੇ ਨੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਸਿਸਟਮ ਨੂੰ ਹੀ ਖਰਾਬ ਕਰ ਦੇਣਾ। ਸੋ ਮੰਗ ਇਹੀ ਹੈ ਵੀ ਜਿਹੜੇ ਕੋਈ ਵੀ ਕੱਚ ਨਾ ਬਚੇ, ਮਤਲਬ ਨਾ ਜਿਵੇਂ ਆਪਾਂ ਕਹਿੰਦੇ ਨੇ ਲੀਵ ਨੋ ਸਟੋਨ ਅਨਟਰਨਡ, ਉਹ ਗੱਲ ਆ ਸਰ। ਅੱਛਾ, ਜਿਵੇਂ ਤੁਸੀਂ ਸਾਰੇ ਆਏ ਹੋ ਵੱਖਰੀ ਵੱਖਰੀ ਜਗ੍ਹਾ ਤੋਂ, ਤਾਂ ਇਹ ਸਾਰੇ ਐਲੀਜੀਬਲ ਹੈਗੇ ਨੇ? ਹਾਂਜੀ ਸਰ, ਐਗਜ਼ਾਮ ਦੇ ਲਈ। ਹਾਂਜੀ। ਅੱਛਾ ਬਾਈ, ਜਿਵੇਂ ਤਾਂ ਬਾਈ ਉਹਨਾਂ ਨੇ ਦੱਸਿਆ, ਤੁਹਾਨੂੰ ਕੀ ਲੱਗਦਾ ਕਿ ਇਹ ਕਿੱਥੇ ਘਟਾਲਾ ਕਿਵੇਂ ਹੋ ਰਿਹਾ ਹੈ?
ਸਰ ਇਹ ਤੇ ਮਤਲਬ ਹੁਣੇ ਤਾਂ ਸਾਨੂੰ ਤਾਂ ਬਸ ਪਟਿਆਲੇ ਦੀ ਉਹ ਪਤਾ ਹੈ। ਇਸ ਤੋਂ ਪਹਿਲਾਂ ਆਪਾਂ ਰੇਜ਼ ਕੀਤਾ ਸੀ ਜਦੋਂ ਇਹ ਇਸ਼ੂ ਉੱਠਿਆ ਕਿ ਜਿਹੜੇ ਮੈਕਸ ਇਨ ਦਾ ਟੌਪ 20 ਕੈਂਡੀਡੇਟਸ ਉਹਦੇ ਵਿੱਚ 11 ਜਿਹੜੇ ਸੀਗੇ ਉਹ 2 ਤਹਿਸੀਲਾਂ ਤੋਂ ਸੀਗੇ ਤੇ 2 ਤਹਿਸੀਲਾਂ ਜਿਹੜੀਆਂ ਉਹ ਸੰਗਰੂਰ ਵਾਲੇ ਪਾਸੇ ਦੀਆਂ ਸੀਗੀਆਂ। ਉਹਦੇ ਤੋਂ ਸਾਨੂੰ ਫਿਰ ਉਹਦੇ ਉੱਤੇ ਰਿਸਰਚ ਕਰਨੀ ਸ਼ੁਰੂ ਕੀਤੀ ਸਟੂਡੈਂਟਸ ਨੇ ਤੇ ਉਹ ਸਟੂਡੈਂਟ ਜਦੋਂ ਰਿਸਰਚ ਕੀਤੀ ਤਾਂ ਉਹ 'ਚ ਪਤਾ ਲੱਗਾ ਕਿ ਉਹ ਬੱਚਿਆਂ ਦੇ ਤੇ ਪ੍ਰੀਵੀਅਸ ਜਿਹੜੇ ਪੇਪਰ ਹੋਏ ਆ ਜਿਹੜੇ ਕਿ 2 ਲੈਵਲ ਘੱਟ ਪਟਵਾਰੀ ਦੇ ਪੇਪਰ ਹੈ ਉਹ ਵੀ ਨਹੀਂ ਕਲੀਅਰ ਹੋ ਰਿਹਾ ਤੇ ਵਿੱਚ ਉਹ ਕਈ ਕੈਂਡੀਡੇਟ ਇਦਾਂ ਦੇ ਸੀਗੇ ਕਿ ਦੂਜਾ ਪੇਪਰ 2 ਪੇਪਰ ਹੋਏ ਸੀ ਇੱਕੋ ਦਿਨ 'ਚ ਸ਼ਾਇਦ ਕੋਆਪਰੇਟਿਵ ਬੈਂਕ ਦੇ ਇੱਕ ਮੈਨੇਜਰ ਦਾ ਸੀਗਾ ਇੱਕ ਕਲੈਰੀਕਲ ਦਾ ਸੀਗਾ ਉਹਦੇ ਵਿੱਚ ਵੀ ਉਹ ਬੰਦੇ 30% ਨੰਬਰ ਸਕੋਰ ਕਰ ਰਹੇ ਸੀਗੇ ਤੇ ਇਹ ਜਿਹੜਾ ਪੇਪਰ ਹੈ ਨਾਇਬ ਤਹਿਸੀਲਦਾਰ ਦਾ ਇਹਦੇ ਵਿੱਚ ਜਿਹੜੇ ਕੁਐਸਚਨ ਦੀ ਕੁਆਲਿਟੀ ਹੁੰਦੀ ਹੈ ਉਹ ਯੂਪੀਐਸਸੀ ਜਾਂ ਯੂਪੀਐਸਸੀ ਲੈਵਲ ਦੇ ਕੁਐਸਚਨਸ ਦੀ ਕੁਆਲਿਟੀ ਹੁੰਦੀ ਸਿਵਲ ਸਰਵਿਸਿਜ਼ ਦੇ ਤੇ ਉਹ ਬੰਦੇ ਮਤਲਬ within a period of 4-5 months 6 months they are able to crack that exam ਉਹਦੇ ਵਿੱਚ ਨੰਬਰ ਵੀ 82-83% ਆ ਰਹੇ ਆ। ਉਹਦੇ ਤੋਂ ਫਿਰ ਅਸੀਂ ਰਿਸਰਚ ਕਰਨਾ ਸ਼ੁਰੂ ਕੀਤਾ ਫਿਰ ਅਸੀਂ ਇਹ ਕੱਢਿਆ ਮਤਲਬ ਉਹਦੇ ਤੋਂ ਸਿੱਟਾ ਕੱਢਿਆ ਕਿ ਬਈ ਇੱਥੇ ਕੁਝ ਗੜਬੜੀ ਹੋਈ ਹੈ ਫਿਰ ਰੇਜ਼ ਕੀਤਾ ਰੇਜ਼ ਕਰਨ ਤੇ ਪਤਾ ਲੱਗਾ ਜੀ ਇਹ ਕੋਈ ਪਟਿਆਲੇ 'ਚ ਗਿਰੋਹ ਫੜਿਆ ਗਿਆ ਆ ਤੇ ਇਦਾਂ ਚੀਜ਼ਾਂ ਅੱਗੇ ਜੁੜਦੀਆਂ ਗਈਆਂ ਤੇ ਨਾਇਬ ਤਹਿਸੀਲਦਾਰ ਤੋਂ ਬਾਅਦ ਵੀ ਤੁਸੀਂ ਜਿਹੜੇ ਰੀਸੈਂਟ ਕੁਝ ਐਗਜ਼ਾਮ ਹੋਏ ਨੇ ਦਿੱਤੇ ਤੁਸੀਂ? ਹਾਂਜੀ ਸਰ ਦਿੱਤੇ ਹੈ। ਉਹਨਾਂ ਦੇ ਵਿੱਚ ਲੱਗਦੀ ਤੁਹਾਨੂੰ ਟਰਾਂਸਪੇਰੈਂਸੀ ਹੋਈ ਹੈ? ਸਰ ਉਹ ਐਕਚੁਅਲੀ ਪੀਪੀਐਸਸੀ ਨੇ ਕੰਡਕਟ ਨਹੀਂ ਕਰਵਾਇਆ ਜਿਹੜਾ ਮੈਂ ਮੇਨ ਮਸਲਾ ਜਿਹੜਾ ਸਿੱਧਾ ਕੱਲੀ ਪੀਪੀਐਸਸੀ ਦੇ ਉੱਪਰ ਹੀ ਸਵਾਲ ਖੜੇ ਹੁੰਦੇ ਨੇ ਕਿ ਹਾਂਜੀ ਬੇਸਿਕਲੀ ਸਰ ਜਿੱਦਾਂ ਮੈਂ ਰੇਸ ਪਹਿਲਾਂ ਵੀ ਕੀਤਾ ਕਿ ਹਰਿਆਣੇ ਵਿੱਚ ਜਿੱਦਾਂ ਤੁਸੀਂ ਬਾਇਓਮੈਟ੍ਰਿਕ ਯੂਜ਼ ਕਰਦੇ ਆਇਰਿਸ ਸਕੈਨ ਯੂਜ਼ ਕਰਦੇ ਹੋ ਉਹ ਪੀਪੀਐਸਸੀ ਅਗਰ 3000 ਰੁਪਏ ਲੈ ਰਹੀ ਹੈ ਇੱਕ ਪੇਪਰ ਕੰਡਕਟ ਕਰਾਉਣ ਦਾ ਤੇ ਦੇ ਕੈਨ ਯੂਜ਼ ਥੀਸ ਟੈਕਨੋਲੋਜੀਜ਼ ਤੇ ਉਹ ਟੈਕਨੋਲੋਜੀ ਯੂਜ਼ ਕਰਕੇ ਤੁਸੀਂ ਓਬਵੀਅਸਲੀ ਟਰਾਂਸਪੇਰੈਂਟ ਕਰ ਸਕਦੇ ਆ ਤੇ ਬੇਸਿਕਲੀ ਜਿਹੜਾ ਬੰਦਾ ਇਨਵੋਲਵਡ ਹੈ ਜਿੰਨਾ ਮਤਲਬ ਸਕੈਮ ਹੁਣ ਪਤਾ ਲੱਗ ਹੀ ਗਿਆ ਕਿ ਸਕੈਮ ਹੈ ਉਹਨੂੰ ਅਕਾਊਂਟੇਬਲ ਠਹਿਰਾਣ ਉਹਦੇ ਉੱਤੇ ਮਤਲਬ ਉਹਨੂੰ ਮਿਲਣਾ ਚਾਹੀਦਾ ਹੈ ਕਿ ਉਹਦਾ ਮਤਲਬ ਦੰਡ ਮਿਲਣਾ ਚਾਹੀਦਾ ਹੈ ਇਹ ਸਾਡੀ ਮੰਗ ਹੈ। ਇਹ ਜਿਵੇਂ ਇਹਨਾਂ ਗੱਲ ਕੀਤੀ ਕਿ ਇੱਕ ਤਾਂ ਤੁਸੀਂ ਬਲੂਟੁੱਥ ਵਾਲਾ ਮੁੱਦਾ ਉਠਾਇਆ ਸੀਗਾ ਇੱਕ ਜੇਕਰ ਬਾਇਓਮੈਟ੍ਰਿਕ ਨਹੀਂ ਹੋ ਰਹੀ ਤਾਂ ਤੁਹਾਨੂੰ ਕੀ ਲੱਗਦਾ ਕੈਂਡੀਡੇਟ ਦੀ ਜਗ੍ਹਾ ਕੋਈ ਦੂਜਾ ਆ ਕੇ ਪੇਪਰ ਦੇ ਰਿਹਾ? ਬਿਲਕੁਲ ਸਰ ਇੰਪਰਸੋਨੇਸ਼ਨ ਪੋਸੀਬਲ ਹੈ ਸਰ ਸੋ ਇਹੀ ਸਾਡਾ ਮੇਨ ਆਪਣੀ ਇੰਟਰਵਿਊ ਦਾ ਮਤਲਬ ਵੀ ਇਹੀ ਹੈ ਸਰ ਵੀ ਜੇ ਹੁਣ ਮੰਨ ਕੇ ਚੱਲੋ ਵੀ ਇੱਕ ਮੋਡਸ ਆਪਰੈਂਡੀ ਆਪਾਂ ਫੜ ਲਿਆ ਤੇ ਮੋਡਸ ਆਪਰੈਂਡੀ ਹੋਰ ਵੀ ਹੋ ਸਕਦੇ ਆ ਸੋ ਇੰਪਰਸੋਨੇਸ਼ਨ ਹੋ ਸਕਦੀ ਹੈ OMR ਟੈਂਪਰਿੰਗ ਸੋ ਕਹਿਣ ਦਾ ਮਤਲਬ ਜਿੱਥੇ ਆਪਣੇ ਸਿਸਟਮ ਦੇ ਵਿੱਚ ਲੂਪ ਹੋਲ ਆ ਕਿਉਂਕਿ ਜਿਹੜੀ PPSC ਆ ਤੇ SSB ਬੋਰਡ ਆ ਇਹ 2 ਰਿਕਰੂਟਮੈਂਟ ਏਜੰਸੀਜ਼ ਇਹਨਾਂ ਦਾ ਕੰਮ ਹੀ ਇਹ ਆ ਵੀ ਇਹਨਾਂ ਨੇ ਰਿਕਰੂਟਮੈਂਟ ਕਰਵਾਉਣੀ ਆ ਸੋ ਜਿਹੜੀ ਏਜੰਸੀ ਦਾ ਕੰਮ ਹੀ ਉਹ ਆ ਉਹਨੂੰ ਤਾਂ ਸੂ ਮੋਟੋ ਅਪਗ੍ਰੇਡ ਕਰਨਾ ਚਾਹੀਦਾ ਉੱਥੇ ਇਹ ਨਹੀਂ ਵੀ ਸਟੂਡੈਂਟ ਰੌਲਾ ਪਾਉਣਗੇ ਤੇ ਜੈਮਰ ਲੱਗਣਗੇ। ਸੋ ਅੱਜ ਸਰ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਅੱਜ ਬਿਟਕੋਇਨ ਦੇ ਵਿੱਚ ਕਰਪਸ਼ਨ ਵੀ ਨਵੇਂ ਤਰੀਕੇ ਲੱਭੇ ਜਾ ਰਹੇ ਆ ਸੋ ਉਸ ਟਾਈਮ ਦੇ ਵਿੱਚ ਜੇ ਤੁਸੀਂ 15-20 ਸਾਲ ਪੁਰਾਣੀ ਟੈਕਨੋਲੋਜੀ ਨੂੰ ਤੁਸੀਂ ਓਵਰਕਮ ਨਹੀਂ ਕਰ ਪਾ ਰਹੇ ਤਾਂ ਫਿਰ ਇਹਦੇ 'ਚ ਸਾਨੂੰ ਸੋਚਣ ਦੀ ਲੋੜ ਆ ਸਰ। ਠੀਕ ਹੈ ਬਾਈ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਨਾਇਬ ਤਹਿਸੀਲਦਾਰ ਦਾ ਪੇਪਰ ਦਿੱਤਾ ਗਿਆ ਸੀਗਾ ਤਾਂ ਕਹਿੰਦੇ ਨੇ ਕਿ ਟਰਾਂਸਪੇਰੈਂਸੀ ਜਿਹੜੀ ਹੈ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਕਹਿੰਦੇ ਨਾ ਤਾਂ ਬਾਇਓਮੈਟ੍ਰਿਕ ਹੁੰਦੀ ਹੈ ਨਾ ਆਈ ਸਕੈਨਰ ਹੁੰਦੇ ਨੇ ਜਾਂ ਤਾਂ ਨੌਜਵਾਨ ਬਲੂਟੁੱਥ ਦਾ ਇਸਤੇਮਾਲ ਕਰ ਰਹੇ ਨੇ ਜਿਹੜੇ ਕਪੜੇ ਕਰ ਰਹੇ ਨੇ ਜਾਂ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਕੈਂਡੀਡੇਟ ਬਹਿ ਕੇ ਪੇਪਰ ਦੇ ਰਿਹਾ। ਸੋ ਲੋੜ ਆ ਇਹਨਾਂ ਚੀਜ਼ਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ। ਜੇਕਰ ਗ੍ਰੇਡ C ਤੇ D ਦੀਆਂ ਇਸ ਤਰੀਕੇ ਦੇ ਨਾਲ ਪੋਸਟਾਂ ਭਰਤੀ ਕੀਤੀਆਂ ਜਾ ਰਹੀਆਂ ਨੇ ਤਾਂ A ਤੇ B ਗ੍ਰੇਡ ਨੂੰ ਵੀ ਜਿਹੜਾ ਉਹ ਟਰਾਂਸਪੇਰੈਂਸੀ ਹੋਰ ਲਿਆਉਣੀ ਚਾਹੀਦੀ ਹੈ ਤਾਂ ਕਿ ਨੌਜਵਾਨਾਂ ਦਾ ਹੌਸਲਾ ਨਾ ਟੁੱਟੇ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ TV ਪੰਜਾਬ ਜਲੰਧਰ।